अस्सलाम वालेकुम। नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ 'ਚ। ਬਾਹਰ ਦਰਜਾ ਹਰਾਰਤ ਇਸ ਵਕਤ 28 ਡਿਗਰੀ ਸੈਂਟੀਗ੍ਰੇਡ ਹੈ। ਅੱਜ ਕਲਾਉਡੀ ਡੇ ਹੈ, ਬਿਹਤਰ ਦਿਨ ਹੈ। ਸ਼ਾਮ ਨੂੰ ਇਨਸ਼ਾਅੱਲਾ ਮੈਂ ਵਾਕ ਲਈ ਵੀ ਨਿਕਲਾਂਗਾ। ਹਸਬੇ ਤਵੱਕੋ ਕਿਸੇ ਬੰਦੇ ਨੇ ਰਾਬਤਾ ਨਹੀਂ ਕੀਤਾ ਕਿ ਸਰ ਜੀ ਯੂਐਸ ਕੌਂਸੂਲੇਟ ਦੇ ਸਾਹਮਣੇ ਨਨ ਫਰਮ ਨਿਊਯਾਰਕ, ਨਨ ਫਰਮ ਨਿਊ ਜਰਸੀ, ਨਾ ਹੀ ਕੋਈ ਪੀਟੀਆਈ ਦਾ ਬੰਦਾ, ਨਾ ਕੋਈ ਮੇਰਾ ਦੋਸਤ ਸੱਜਣ, ਜਾਂ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ ਇਹਦੇ ਨਾਲ ਕੋਈ ਫਰਕ ਨਹੀਂ ਪੜਨਾ, ਜਾਂ ਉਹਨਾਂ ਨੂੰ ਕੋਈ ਏਡੀ ਇਮਰਾਨ ਖਾਨ ਨਾਲ ਅਟੈਚਮੈਂਟ ਨਹੀਂ ਹੈ, ਪਾਕਿਸਤਾਨ ਦੇ ਬਾਰੇ 'ਚ ਕੰਸਰਨ ਨਹੀਂ, ਜਾਂ ਉਹ ਮਾਦਾ ਪ੍ਰਸਤੀ ਤੇ ਬਹੁਤ ਜ਼ਿਆਦਾ ਗਾਮਜ਼ਨ ਨੇ। ਸਾਨੂੰ ਕੀ 90% ਅਪਰੋਚ ਸਾਨੂੰ ਕੀ, ਠੀਕ ਹੈ ਜੀ। ਦੇਰ ਇਜ਼ दैट इज़ नॉट देयर कंसर्न। आज तो मतलब अली सलमान वो अली सलमान सलमान अकरम राजा रामजादे ने भी कहा कि ओ जी वो खुद ही कर रहे हैं, ये महमूद अचकजई साहब प्रोटेस्ट कर रहे हैं, अली हमजा वगैरह जो कुछ करें वो खुद जिम्मेदार होंगे, और खुद सेक्रेटरी जनरल साहब कंट्रोल नहीं कर सके, और सारे लोग जो उनसे हैं इनके एमएनए पहले केपीके हाउस इकट्ठे हुए, उसके बाद सारे असेंबली चले गए और असेंबली का उन्होंने ताला लगा दिया, खुद गए, खुद हरामजादे सारे गए। मैंने आपको बहुत कहा, बारहा दफ़ा कहा कि आप जितनी जल्दी हो सके पीटीआई लीडरशिप से जान छुड़ा लें, इन पे बिल्कुल तवज्जो ना दें, सिर्फ इमरान खान की तरफ गामजन रहें और अपने राइट्स की तरफ गामजन रहें। उसके लिए आप निकले। आज के जो एहतजाज हुए हैं उसमें मैं ये कहूँगा कि कोई उबाल थोड़ा कढ़िया बच्चियां ने थोड़ा उबाल अपना कढ़िया, हर जगह बंदियां ने, वड्डियां ने, छोटियां ने। अलबत्ता कोई एडा वड्डा कारनामा अंजाम नहीं हो कर दे सके, ठीक है जी। ये सूरत हाल है। ते दूसरा जलूस जलास निकले, गर्मी का मौसम बहुत सी, कंटेनर इन्होंने लाई रखे, लेकिन मैं तो दसा मामलात पखाए ने बड़े, फौज ने, मनीर मिस्त्री सूअर ने, ना मदर चौथ सूअरा ने ਅੱਜ ਇਲੈਕਸ਼ਨ ਕਮਿਸ਼ਨਰ ਉਹ ਦੱਲੇ ਦੇ ਬੱਚੇ ਨੇ, ਹਰਾਮਜ਼ਾਦੇ ਸੁਲਤਾਨ ਸਿਕੰਦਰ ਨੇ, ਉਹ 15 ਬੰਦੇ ਨਾਇਲ ਕਰ ਦਿੱਤੇ, ਜਿਨ੍ਹਾਂ ਦਾ ਫੈਸਲਾਬਾਦ ਕੋਰਟ ਨੇ ਉਸਤਾਦ ਦਹਿਸ਼ਤਗਰਦੀ ਨੇ ਕਿਹਾ ਸੀ ਕਿ ਜੀ ਇਹ 9 ਮਈ 'ਚ ਮੁਲਵਸ ਹੈ, ਨਾ ਅਪੀਲ ਦਾ ਟਾਈਮ ਦਿੱਤਾ। ਔਰ ਉੱਤੇ ਅੱਜ ਜਨਾਬ ਸਾਹਿਬ ਉਹ ਯਾਦ ਸਾਦਕ ਜਿਹੜਾ ਹਰਾਮਜ਼ਾਦਾ ਗੋਰਾ ਟਾਈਪ ਦੱਲਾ ਬਣਿਆ ਰਹਿੰਦਾ, ਉਸ ਪੈਨ ਚੋਦ ਨੇ ਨਵਾਂ ਕਿਹਾ ਜੀ ਕਿ 40 ਦਿਨ ਜਿਹੜਾ ਐਬਸੈਂਟ ਰਿਹਾ ਕਰੇਗਾ ਕੌਨਸਟੈਂਟਲੀ, ਉਹਦੀ ਅਸੀਂ ਨਾਇਲ ਕਰ ਦਿਆਂਗੇ ਮੈਂਬਰਸ਼ਿਪ। ਔਰ ਉਹਦੇ 'ਚ ਉਹਨੇ ਹੀ ਟਰਾਈਡ ਟੂ ਲਿਆਉਣ ਦੀ ਕੋਸ਼ਿਸ਼ ਕੀਤੀ ਉਹਦੀ ਗ੍ਰਿਫਟ 'ਚ ਇਹ ਜਿਹੜਾ ਵਕਾਸ ਹੈ, ਜਿਹੜਾ ਸੈਕਟਰੀ ਇਨਫੋਰਮੇਸ਼ਨ ਹੈ ਪੀਟੀਆਈ ਦਾ, ਠੀਕ ਹੈ ਨਾ ਜੀ, ਸ਼ੇਖ ਵਕਾਸ। ਔਰ ਲੋਕਾਂ ਨੇ एहतजाज ਉੱਥੇ ਬਹੁਤ ਜ਼ਿਆਦਾ ਕੀਤਾ। ਉਹ ਵੈਸੇ ਇਕੱਠੇ ਹੋ ਗਏ ਸੀ ਉਹ ਇਸ ਕੰਮ ਲਈ ਕਿ ਉੱਥੇ ਹੀ ਪਾਂ ਕਰਾਂਗੇ, ਬਾਹਰ ਇੰਨੀ ਗਰਮੀ 'ਚ ਕਿਉਂ ਅਡਿਆਲਾ ਜੀ ਜਾਣਾ ਪਿਆ। ਅੱਛਾ, ਤੇ ਉੱਥੇ ਤੇ ਉਹਨਾਂ ਨੇ ਨਵਾਜ਼ ਕਾਂਡੇ ਦਾ ਕਿਹਾ, ਉਹਨਾਂ ਨੇ ਕਿਹਾ ਗਾਂਡਾ ਜੀ ਤੇ 51 ਦਿਨ ਹੋ ਗਏ ਨੇ ਨਹੀਂ ਆਏ ਅਸੈਂਬਲੀ 'ਚ, ਤੇ ਗਾਂਡਾ ਜੀ ਦੀ ਉਹਨਾਂ ਨੇ ਕਿਹਾ ਜੀ ਦਰਖਾਸਤ ਮੌਜੂਦ ਹੈ। ਉਹ ਮੌਜੂਦ ਮਜਾਦ ਕੋਈ ਨਹੀਂ, ਆਪੇ ਹੀ ਪਿਛਲੀ ਡੇਟ ਤੋਂ ਲਿਖ ਲੋ ਕੇ। ਮੈਂ ਤੁਹਾਨੂੰ ਇੱਕ ਅੱਛੀ ਗੱਲ ਤੇ ਨਹੀਂ, ਮੇਰੇ ਲਈ ਤੇ ਕੋਈ ਐਡੀ ਖਾਸ ਅੱਛੀ ਨਹੀਂ ਹੈ, ਮੈਨੂੰ ਬਲਕਿ ਕਿਹਾ ਗਿਆ ਇੱਥੇ ਜਿਹੜੇ ਸੀਆਈਏ ਦੇ ਬੰਦੇ ਨੇ ਇਹਨਾਂ ਨੇ ਕਿ ਸਰ ਜੀ ਤੁਹਾਡੀ ਬੜੀ ਅੱਛੀ ਗੱਲ ਹੋ ਰਹੀ ਹੈ ਹਮਾਇਤ 'ਚ, ਕਿ ਤੁਸੀਂ ਮਨੀਰੇ ਮਿਸਤਰੀ ਸੂਅਰ ਦੀ ਤਾਰੀਫ ਸ਼ੁਰੂ ਕਰ ਦਿਓ, ਗਾਂਡਾ ਤੇ ਆਪਣਾ ਜ਼ਰਦਾਰੀ ਤੋਂ ਉਹ ਜਾਨ ਛੁੱਟ ਰਹੀ ਹੈ ਤੇ ਨया ਨਿਜ਼ਾਮ ਆਏਗਾ। ਮੈਂ ਕਿਹਾ ਜੀ ਅਸਲ ਤੇ ਰੂਟ ਕਾਜ਼ ਜਿਹੜੀ ਹੈ ਈਵਲ ਦੀ, ਉਹ ਮਨੀਰਾ ਮਿਸਤਰੀ ਸੂਅਰ ਹੈ, ਉਹ 7 ਲੱਖ ਆਦਰ ਚੋਦ ਸੂअर ਨੇ, ठीक है ना जी। ये मुशाहिद हुसैन आज कह रहा सी फौज में खलीज नहीं होना, अवाम का खलीज तो है, इमरान खान आ जाए ये, और एक क्लसरे बैंड बाजे जिन्हें हैं वो अंसार अब्बासी, बस जी इमरान खान माफ़ी मांग गए ना, माफ़ी मंगदा पागल, 2 साल तो रगड़ा दिता तुसी। और पाकिस्तान ਦਾ ਤੇ ਹੁਣ ਹਿਸਾਬ ਕਿਤਾਬ ਕੋਈ ਰਿਹਾ ਹੀ ਨਹੀਂ, ਇਹ ਵਾਇਬਲ ਕੰਟਰੀ ਦੇ ਹਿਸਾਬ ਕਿਤਾਬ 'ਚ ਰਿਹਾ ਹੀ ਨਹੀਂ। ਦੇਖੋ ਟੈਰਿਫਸ ਦੇ ਖਿਲਾਫ ਕਿੰਨਾ ਜ਼ਿਆਦਾ ਟਰੰਪ ਤੇ ਜ਼ੋਰ ਸੀ, ਸਾਰਾ ਕੁਝ ਸੀ। ਜੂਨ ਦਾ ਬੈਲੈਂਸ ਆਫ ਪੇਮੈਂਟ 16% ਦਾ ਫਰਕ ਪਿਆ, ਡੈਫਿਸਿਟ ਜਿਹੜਾ ਬੈਲੈਂਸ ਆਫ ਪੇਮੈਂਟਸ ਤੇ ਟ੍ਰੇਡਸ ਤੇ ਹੁੰਦਾ ਹੈ, ਅੰਦਾਜ਼ਾ ਲਾਓ ਜੀ ਕੋਈ 50-60 ਬਿਲੀਅਨ ਡਾਲਰ ਦਾ ਫਰਕ ਪਿਆ।
ਤੇ ਉਹ ਟਰੰਪ ਸਕਸੀਡ ਕਰਨਗੇ। ਸਵਿਟਜ਼ਰਲੈਂਡ ਤੇ ਅੱਜ ਉਹਨੇ 39% ਦਾ ਕਹਿਤਾ, ਸਵਿਟਜ਼ਰਲੈਂਡ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਚਾਕਲੇਟਾਂ ਅਮਰੀਕਾ ਇੱਥੇ ਵੇਚਣੀਆਂ ਨਾ। ਤੇ ਟਰੰਪ ਤੇ ਬੜਾ ਪੈਟਰੀਓਟਿਕ ਹੈ। ਇੰਡੀਅਨ ਆਰਮੀ ਜਾਂ ਅਮਰੀਕੀ ਆਰਮੀ ਬੜੀ ਪੈਟਰੀਓਟਿਕ ਹੈ। ਮਸਲਾ ਤੇ ਇਸ ਫੌਜ ਦਾ ਇਹ ਹੈ ਕਿ ਇਹ ਪੈਟਰੀਓਟਿਕ ਨਹੀਂ ਹੈ। ਇਹ ਹਰਾਮਜ਼ਾਦੇ ਸਾਰੇ ਖੱਬੇ ਲਈ ਇਕੱਠੇ ਹੋਏ ਨੇ। ਤੇ ਅੱਜ ਤੇ ਪ੍ਰੋਟੈਸਟ ਕੋਈ ਉਬਾਲ ਕੱਢਿਆ ਆ, ਬੰਨਾ ਬੰਨਾ ਕੁਛ ਨਹੀਂ ਬਿਲਕੁਲ ਵੀ। ਮੈਂ ਕੋਈ ਨਾ ਹੀ ਖੁਸ਼ ਹੈ ਤੇ ਨਾ ਹੀ ਮੈਂ ਗਮਗੀਨ ਹੈ। ਤੁਹਾਨੂੰ ਇਨਕਲਾਬ ਨਹੀਂ ਲਿਆਂਦਾ ਜਾ ਸਕਿਆ, ਜਿਹੜਾ ਕਿ ਲੋਕਾਂ ਦਾ ਸੀ ਕਿ ਜੀ 5 ਅਗਸਤ ਨੂੰ ਇਨਕਲਾਬ ਲੈ ਆਓ। ਇਨਕਲਾਬ ਤੇ ਤੁਹਾਨੂੰ ਪਤਾ ਫਿਰ ਇਹ ਅਸੀਂ ਇਨਕਲਾਬੀ ਹੈ ਹੀ ਨਹੀਂ। ਬਲਕਿ ਇੱਕ ਕਮੈਂਟ ਕਿਸੇ ਨੇ ਬੜਾ ਅੱਛਾ ਦਿੱਤਾ ਹੈ ਸੀ, ਮੈਂ ਕਮੈਂਟਸ ਲਾ ਹੀ ਗਿਆ ਤੇ ਤੁਹਾਨੂੰ ਸੁਣਾਵਾਂ। ਇਨਕਲਾਬ ਤੇ ਉਹਨੇ ਬੜਾ ਅੱਛਾ ਸ਼ਖਸ ਨੇ ਕੱਲ ਇੱਕ ਕਮੈਂਟ ਦਿੱਤਾ ਹੈ ਸੀ। ਉਹਨੇ ਕਿਹਾ ਜੀ ਕਿ ਆਪਣਾ मैं ਤੁਹਾਨੂੰ 1 मिनट 1 मिनट इन हाँ, ये आज से नहीं ਕੱਲ ਦੇ ਵੀਲੌਗ ਤੇ, ਕੱਲ ਦਾ ਵੀਲੌਗ ਮੈਂ ਗਾਲੀਆਂ ਸ਼ਾਲੀਆਂ ਵੱਲ ਕੱਢੀਆਂ ਸੀ। ਗਰਮੀ ਮੈਨੂੰ ਬਹੁਤ ਸੀ ਕਿ ਐਵੇਂ ਚੂਰੀਏ ਜਿਹੇ ਇਕੱਠੇ ਹੋ ਜਾਂਦੇ ਆ, ਨਾ ਇਹਨਾਂ ਨੂੰ ਆਪਣੇ ਰਾਈਟਸ ਦਾ ਪਤਾ ਹੈ, ਨਾ ਇਹਨਾਂ ਨੂੰ ਰਾਈਟਸ ਲੈਣ ਦਾ ਪਤਾ ਹੈ। ਇਹ ਸਮਝਦੇ ਆ ਬੈਂਡ ਬਾਜਾ ਹੀ। ਅੱਜ ਮੈਂ ਉਹ ਸੁਣ ਰਿਹਾ ਸੀ ਐਲੋਨ ਮਸਕ ਨੂੰ ਇੱਕ ਜਗ੍ਹਾ ਕਿ ਤੂੰ, ਉਹਨਾਂ ਨੇ ਪੁੱਛ ਰਹੇ ਸੀ ਸਵਾਲ ਕਿ 180 ਬਿਲੀਅਨ ਡਾਲਰ ਤੇਰੀ ਵਰਥ ਹੈ, ਤੂੰ ਫਿਰ ਵੀ ਕਿਉਂ ਕੰਮ ਕਰਦਾ। ਉਹਨੇ ਕਿਹਾ ਕਿ ਮੈਂ ਮੀਨਿੰਗ ਆਫ ਲਾਈਫ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ ਐਜ਼ ਅ ਟੀਨੇਜਰ। ਰਿਲੀਜਨਸ ਤੇ ਸਭ ਤੋਂ ਪਹਿਲਾਂ ਮੈਨੂੰ ਬੇਕਾਰ ਲੱਗੀਆਂ, ਫਿਲੋਸਫਰਸ ਵੀ ਜ਼ਿਆਦਾ ਬੇਕਾਰ ਲੱਗੇ। ਫਿਰ ਉਹ ਕੋਈ ਹਿਚ ਹਾਈਕਿੰਗ ਔਰ ਇਹ ਸਾਰੇ ਮੈਂ ਥੋੜਾ ਜਿਹਾ ਉਹਦੇ 'ਚ ਹੋਇਆ, ਹਿਚਕੌਕ ਦੀ 'ਚ ਉਹ ਮਿਸਟਰੀਜ਼ 'ਚ ਕੌਨਸ਼ੀਅਸਨੈਸ ਐਕਸਪੈਂਡ ਕਰਨ ਦੀ। ਤੇ ਉਹਨੇ ਕਿਹਾ ਸਾਨੂੰ, ਮੈਂ ਹਿਊਮਨਸ ਤੇ ਤੁਹਾਨੂੰ ਪਤਾ ਹੈ ਕਹਿੰਦਾ ਜ਼ਿਆਦਾ ਬੱਚੇ ਪੈਦਾ ਕਰੋ, ਆਪਣੇ ਵੀ ਕੋਈ 30-40 ਪੈਦਾ ਕਰ ਚੁੱਕਿਆ, ਜਾਇਜ਼ ਨਾ ਜਾਇਜ਼। ਤੇ ਉਹ ਜਿਹੜੇ ਹੈ ਇਹ ਕਹਿੰਦਾ ਜੀ ਐਕਸਪੈਂਡ ਹੋਏਗੀ ਕੌਨਸ਼ੀਅਸਨੈਸ, ਜਿੰਨੀ ਇਨਸਾਨ ਆਏਂਗੇ ਉਨੀ ਕੌਨਸ਼ੀਅਸਨੈਸ ਐਕਸਪੈਂਡ ਹੋਏਗੀ। ਉਹ ਫਸਟ ਇੰਟੈਲੈਕਟੁਅਲ ਕਿੰਦੀ ਦੀ ਫਿਲਾਸਫੀ, ਯੈਸ ਗੋਡ ਇਜ਼ ਇਨਸਾਈਡ ਯੂ। ਇਹ ਕਹਿੰਦਾ ਡਿਜੀਟਲ ਕੌਨਸ਼ੀਅਸਨੈਸ ਲਈ ਵੀ ਕਰੋ, डिजिटल कॉन्शियसनेस नहीं हो सकती। आवाज ही मस्क साहब गला मारी आ रहे ने। ये आज से नहीं, पिछले 5,000 साल से मरवा रहे हैं। ਉਹ ਟੂਆ ਮਰਵਾਉਣ ਦਾ ਮੈਂ ਕਿਹਾ ਸੀ, ਨਹੀਂ ਤੇ ਮਿਸਤਰੀ ਸੂਰ ਤੋਂ ਗਾਂਡ ਮਰਵਾਉਂਦੇ ਰਹੋ। ਕੱਲ ਦੀ ਹੈਡਿੰਗ ਸੀ, ਲੱਖ ਦੀ ਲਾਨਤ 26 ਕਰੋੜ ਦੇ ਜੰਮਣ ਵਾਲੀਆਂ ਤੇ ਮਨੀਰੇ ਮਿਸਤਰੀ ਸੂਰ ਤੋਂ ਗਾਂਡ ਮਰਵਾਉਂਦੇ ਰਹੋ। ਮਾਰ ਨਹੀਂ ਨਿਕਲਣਾ ਹੱਕ ਸੱਚ ਲਈ। ਅਗਰ ये आज से नहीं, पिछले 5,000 साल से मरवा रहे हैं। कभी अलेक्जेंडर से, कभी लोदी से, कभी गौरी से और कभी मुगलों से। वाह जी वाह। और अब पिछले 77 साल से पाकिस्तानी फौज। ਕਿਸੇ ਸਿਆਸਤਦਾਨ ਤੇ ਨਹੀਂ। ਉਹ ਨਵਾਜ਼ ਗਾਂਡਾ ਜਿਹੜਾ ਆ ਉਹਨੇ ਤੇ ਕੀ ਇਹਨਾਂ ਦੀ ਗਾਂਡ ਮਾਰਨੀ ਹਰਾਮਜ਼ਾਦਾ। ਉਹ ਤੇ ਬੰਦੇ ਖਰੀਦਦਾ ਹੈ ਆਪਣੀ ਗਾਂਡ ਮਨਵਾ ਲਈ। The way India has aggressively replied to Trump on Russian oil and made reference of Russian uranium which US buys under SALT II treaty, whereas pointed at Europe that they get large supplies of gas from Russia. But when India buy Russian oil, it pinches to Trump. This worries that sooner or later Modi could motivate and agree Indian generals wage a limited war with Pakistan by using foot soldiers to seize vital areas of Pakistan to indirectly slap Trump to disrupted Trump and Pakistan relations. ਉਹਨੇ ਕਿਹਾ ਪਾਕਿਸਤਾਨ ਔਰ ਟਰੰਪ ਜਿਹੜੇ ਬੜੇ ਕਲੋਜ਼ ਹੁੰਦੇ ਜਾ ਰਹੇ ਨੇ। ਅੱਛਾ ਕਮੈਂਟ ਹੈ, ਇਫਤਖਾਰ ਖਟਕ ਸਾਹਿਬ ਨੇ ਦਿੱਤਾ ਹੈ। ਲੌਜੀਕਲ ਲੱਗਦਾ, ਰੈਸ਼ਨਲ ਕਮੈਂਟ ਹੈ ਕਿ ਇੰਡੀਆ ਨੂੰ ਬੜੀ ਤਕਲੀਫ ਹੈ ਕਿ ਬਾਕੀ ਜਗ੍ਹਾ ਵੀ ਤੇ ਰੂਸ ਨਾਲ ਲੋਕ ਕਾਰੋਬਾਰ ਕਰ ਰਹੇ, ਉੱਥੇ ਤਕਲੀਫ ਨਹੀਂ ਉੱਠਦੀ। ਅਮਰੀਕਾ ਯੂਰੇਨੀਅਮ ਲੈਂਦਾ SALT II ਟ੍ਰੀਟੀ ਦੇ ਤਹਿਤ ਔਰ ਯੂਰਪ ਵੀ ਉਹਨਾਂ ਦੇ ਨਾਲ ਬਿਜ਼ਨਸ ਕਰਦਾ ਹੈ, ਤੇ ਸਾਡੇ ਲਈ ਬੜੀ ਇਹਨੂੰ ਤਕਲੀਫ ਉੱਠਣ ਡਈ ਹੈ। ਤੇ ਉਹ ਸ਼ਾਇਦ ਜਰਨੈਲਾਂ ਨੂੰ ਕਹੇ ਕਿ ਚੜ ਜਾਓ, ਹੁਸ਼ ਕਰੇ ਔਰ ਕਹੇ ਕਿ ਫੁੱਟ ਸੋਲਜਰਸ ਅੱਗੇ ਲਿਆ ਕੇ ਲਾਹੌਰ ਸ਼ੋਰ ਇਹਨਾਂ ਤੇ ਕਬਜ਼ਾ ਕਰੋ, GHQ ਤੇ ਕਬਜ਼ਾ ਕਰੋ। ਫਿਰ ਦੇਖਦੇ ਹਾਂ ਟਰੰਪ ਜਿਹੜਾ ਆਪਣੇ ਆਪ ਨੂੰ ਬੜਾ ਸਮਝ ਰਿਹਾ ਤੇ ਇਹ ਠੀਕ ਹੈ ਜੀ। by using, now we see that TTP BLA, अच्छा ਉਹਨੇ ਫਿਰ ਕਿਹਾ ਕਿ TTP BLA subsidiary activity sponsored by RAW ਉਹ ਬਹੁਤ ਐਕਟਿਵ ਹੋ ਗਏ ਨੇ। ਉਹ ਹੁਣ ਫ੍ਰੀਕੁਐਂਟਲੀ ਟਾਰਗੇਟ ਕਰ ਰਹੇ ਨੇ ਮਿਲਟਰੀ ਨੂੰ
ਤੇ ਕਿ ਇੰਡੀਆ ਸਾਡੀ ਮਦਦ ਲਈ ਹੁਣ ਜਲਦ ਆਏਗਾ। ਪਾਕਿਸਤਾਨ military as a result and form 47 government it is almost denied in the areas. Another dilemma is that Pakistan military connection with Awam disconnected, and some Asim Munir like-minded generals believe that GHQ could fix things with stick policy. ਇਹ ਵੀ ਇਹਦੀ ਗੱਲ ਠੀਕ ਹੈ ਕਿ ਅਗਰ ਇੰਡੀਆ ਬਲੋਚਿਸਤਾਨ ਔਰ ਬਾਕੀ ਪਾਕਿਸਤਾਨ ਨੂੰ ਤੋੜਨਾ ਚਾਹੁੰਦਾ ਤੇ ਉਹਦੇ ਲਈ ਵੀ ਬਹੁਤ ਅੱਛਾ ਮੌਕਾ ਆਵਾਮ ਫੌਜ ਦੇ ਨਾਲ ਨਹੀਂ ਹੈ ਔਰ ਉੱਥੇ ਜਿਹੜੀਆਂ ਉਹ ਸੈਪਰੇਟਿਸਟ ਮੂਵਮੈਂਟਸ ਨੇ ਰੋ ਦੀ ਮਦਦ ਨਾਲ ਉਹ ਕਾਫੀ ਸਟਰੋਂਗ ਹੋਈਆਂ ਨੇ। ਠੀਕ ਹੈ ਜੀ, ਗੁੱਡ ਕਮੈਂਟ। ਅੱਛਾ, ਫਿਰ ਇੱਕ ਕਮੈਂਟ, ਹਾਊਸ ਓਵਰਸਾਈਟ ਕਮੇਟੀ ਇਜ਼ ਕੰਪੈਲਿੰਗ। ਸਪਾਈਨੀ ਦੀ ਉਹਨਾਂ ਨੇ ਕਹੀ ਹੈ ਫॉर ਡਿਪੋਜੀਸ਼ਨਸ ਨੂੰ ਹੈਲਰੀ ਕਲਿੰਟਨ ਦੀ, ਜਨਰਲ ਮੈਰਿਕ ਗਾਰਲੈਂਡ ਦੀ, ਅਟਾਰਨੀ ਜਨਰਲ ਜਿਹੜਾ ਸੀ ਜੇਮਸ ਕੋਮੀ ਦੀ, ਵਿਲੀਅਮ ਬਾਰ ਦੀ, ਜਨਰਲ ਐਲਬਰਟੋ ਗੌਨਸਲੇਸ ਦੀ, ਅਟਾਰਨੀ ਜਨਰਲ ਜੈਫ ਸੈਸ਼ਨਸ ਦੀ, ਰੋਬਰਟ ਮਿਲਰ ਦੀ, ਅਟਾਰਨੀ ਜਨਰਲ ਲਰੇਟਾ ਲਿੰਚ ਦੀ, ਐਰਿਕ ਹੋਲਡਰ ਦੀ। ਦੇਖੋ ਕਿਸ ਤਰ੍ਹਾਂ ਅਸੈਂਬਲੀ ਚੋਂ ਹੁਣ ਕੱਸਾ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਟਰੰਪ। ਫਿਰ ਮੈਂ ਇੱਕ ਸਲਾਈਡ ਲਾਰਜੈਸਟ 에ਅਰਲਾਈਨਸ ਬਾਈ ਮਾਰਕੀਟ ਕੈਪੀਟਲਾਈਜੇਸ਼ਨ ਦੇਖ ਰਿਹਾ ਸੀ। ਅਮਰੀਕਾ ਦੀਆਂ ਉਹਦੇ ਚ ਫਸਟ 18 ਚ 4 에ਅਰਲਾਈਨਸ ਨੇ। ਡੈਲਟਾ ਟੌਪ ਤੇ ਹੈ, ਸੈਕੰਡ ਤੇ ਯੂਨਾਈਟਿਡ 에ਅਰਲਾਈਨਸ ਹੈ, ਤੀਸਰੀ ਤੇ ਸਾਊਥ ਵੈਸਟ 에ਅਰਲਾਈਨਸ ਹੈ। ਮਤਲਬ ਫਸਟ 2 ਉਹਨਾਂ ਕੋਲ ਨੇ, ਫਿਰ 14ਵੇਂ ਨੰਬਰ ਤੇ ਉਹ ਹੈ। ਫਿਰ ਅਲਾਸਕਾ ਅਮਰੀਕਨ 에ਅਰਲਾਈਨਸ ਹੈ 12ਵੇਂ ਨੰਬਰ ਤੇ, 13ਵੇਂ ਨੰਬਰ ਤੇ ਫਿਰ 16ਵੇਂ ਨੰਬਰ ਤੇ ਅਲਾਸਕਾ 에ਅਰਲਾਈਨਸ ਹੈ। ਚੀਨ ਵੀ ਇਹਦੇ ਪਿੱਛੇ ਨਹੀਂ ਹੈ, ਚੀਨ ਕੋਲ ਵੀ 4-5 ਨੇ। 에ਅਰ ਚਾਈਨਾ ਹੈ, ਚਾਈਨਾ ਸਤਰਨ 에ਅਰਲਾਈਨਸ ਹੈ, ਚਾਈਨਾ ਈਸਟਰਨ 에ਅਰਲਾइंस ਹੈ, ਹਵਾਈਅਨ ਹੈਨਾਨ 에ਅਰਲਾਈਨਸ ਹੈ, ਔਰ ਕੈਥੇ ਪੈਸੀਫਿਕ ਵੀ ਬੇਸਿਕਲੀ ਚੀਨ ਦੀ ਹੈ, ਉਹਨੂੰ ਇੰਡੀਪੈਂਡੈਂਟ ਸਟੇਟਸ ਦਿੱਤਾ ਹੈ। ਕੈਂਟਾਸ ਆਸਟ੍ਰੇਲੀਆ ਦੀ ਇਹਦੇ ਚ ਕੋਈ 16ਵੇਂ ਨੰਬਰ ਤੇ ਹੈ। ਬਾਕੀ ਤੇ ਏਡੇ ਕੋਈ ਮੁਲਕਾਂ ਦਾ ਰਿਆਨ 에ਅਰ ਹੈ ਔਰ ਕੋਈ ਮਾਮਲਾ ਨਹੀਂ ਹੈ। ਠੀਕ ਹੈ ਜੀ। ਫਿਰ ਮੈਂ ਇੱਕ ਸਲਾਈਡ ਦੇਖ ਰਿਹਾ ਸੀ ਕਿ ਜਨਾਬ ਸਾਹਿਬ ਇਹ ਸਾਡੇ ਲੋਨ ਦੇ ਬਾਰੇ ਚ ਬੜੀ ਅੱਛੀ ਸੀ, ਬਲਕਿ ਉਹ ਤੋਂ ਪਹਿਲਾਂ ਮੈਂ ਇੱਕ ਹੋਰ ਪੜ੍ਹਦੀਆਂ ਕਮੈਂਟ, ਫਿਰ ਆਰਾਮ ਦੇ ਨਾਲ ਮੈਂ ਡੈਟ ਦੇ ਬਾਰੇ ਤੁਹਾਨੂੰ ਦੱਸਦਾ। ਬੜਾ ਅੱਛਾ ਇੱਕ ਆਰਟੀਕਲ ਇੱਕ ਸਾਹਿਬ ਨੇ ਫਰਾਈਡੇ ਟਾਈम्स ਤੇ ਲਿਖਿਆ ਸੀ ਕਿ ਇਹ ਪੋजीशन है ਕੀ है। ਹੁਣ पीटीआई बचाने का बेहतरीन हाल ये है कि नौजवानों को टिकट दें, उनमें एनर्जी ज़्यादा है। बेशक 9 मई के बाद बेहतरीन फैसला था वकला को टिकट देना और उन्होंने खूब लड़ाई की, मगर फ़ौज ने सबके बाजू मटोड़ लिए हैं, चूँकि हम बतौर कौम फ़खरिया करप्ट हैं। इसलिए फ़ौज कोई ना कोई वजह ढूंढ लेती है काना करने का। उनकी वफा पर शक नहीं, मगर वो कॉम्प्रोमाइज़ हो जाते हैं। मेरा कीमती मशवरा है कि बिल्कुल नए जेल काटने वाले जवानों को टिकट दें, उनको ब्लैकमेल करना मुश्किल होगा। ये सच्चे हैं और जज्बाती लगाव रखते हैं खान के साथ। इससे यूथ को भी तकवीत मिलेगी कि वाकई तब्दीली आई है। ये पार्टी पॉलिसी पर भी ज़्यादा पाबंद होंगे और मुस्तकबिल के लिए एक काबिल एतमाद क़यादत तैयार होगी। गल उन्होंने वैसे ठीक की है, इंस्टेड ऑफ राजा शुजा सलमान राजा है बकवासियात सारे मोड़े, अयूब उमर अयूब या यंग बंदे जिंदा सदाम तरीन है उत्थे बलोचिस्तान। आलिया हमजा ने लाहौर च काफ़ी मोटिवेट करके जलूस लास कड्डे और इबाद फारूक ने मिल के तो यस यूथ होना पिछे ज़्यादा ने। आर्टिकल फ्राइडे टाइम्स ਤੇ ਸੀ ਤੇ ਜਿਹਦੇ ਚ ਕਿਹਾ ਸੀ ਕਿ ਇਹ ਲੋਨ ਦੇ ਬਾਰੇ ਚ कि there are various countries with enormous debt were able to get out of huge debt trap by augment export ਦੇ ਨਾਲ। ਕਿ ਪਾਕਿਸਤਾਨ ਦਾ 250 ਇਹਦਾ ਰਸਲ ਆਰਟੀਕਲ ਹੈ ਕਿ $250 ਬਿਲੀਅਨ ਦੇ ਡੈਟ ਟ੍ਰੈਪ ਚ ਨਾ ਗਏ ਤੇ ਉਹਨੇ ਲਿਖਿਆ ਕਿ ਮੁਸ਼ਕਲ ਹੁੰਦਾ ਇਹਦੇ ਤੋਂ ਨਿਕਲਣਾ, लेकिन एक्सपोर्ट ਵਧਾਤੀ जाए और ये वो। पाकिस्तान's predicament is that huge amount of foreign and domestic debts cause a huge drain on its resources। ਅੱਛਾ, ਹੁਣ ਅਮਰੀਕਾ ਦਾ ਉਹਨੇ ਕਿਹਾ ਜੀ $37 trillion ਦਾ ਡੈਟ ਹੈ, ਬਹੁਤ ਵੱਡਾ ਡੈਟ ਹੈ। ਬਟ ਦਾ ਅਮਰੀਕਨ ਇਕੋਨਮੀ ਇਜ਼ ਮੋਰ ਦੈਨ $17 trillion ਦੀ ਹੈ ਐਂਡ ਡਾਲਰ ਗਲੋਬਲ ਕਰੰਸੀ ਹੈ। In that case, enormous wealth in the United States
37 ਟ੍ਰਿਲੀਅਨ ਡਾਲਰ, ਉਹ ਵੀ ਟਰੰਪ ਕਹਿੰਦਾ ਮੈਨੂੰ ਪਤਾ ਕਿੱਥੇ ਸਾਡੀ ਰਕਮ ਪਈ ਹੈ, ਅਸੀਂ ਇਹ ਡੈਟ ਖਤਮ ਕਰ ਸਕਦੇ ਹਾਂ। ਡਜ਼ਨਟ ਹੈਵੀਲੀ ਇੰਪੈਕਟ ਉਹ ਇਕੋਨਮੀ ਨੂੰ ਇੰਪੈਕਟ ਨਹੀਂ ਕਰਦੀ। ਇਹ ਪ੍ਰੂਵ ਇਹ ਕਰਨ ਦੀ ਕੋਸ਼ਿਸ਼ ਕਰਨ ਦੇ ਹੈ ਕਿ ਡੈਟ ਹੁਣ ਕਿਸ ਤਰ੍ਹਾਂ ਪਾਕਿਸਤਾਨੀ ਮਈਸ਼ਤ ਨੂੰ ਤਬਾਹ ਬਰਬਾਦ ਕਰੇਗਾ। ਬੜੇ ਅੱਛੇ ਐਗਜ਼ਾਮਪਲਸ ਇਹਨੇ ਦਿੱਤੇ ਨੇ। ਬਟ ਅ ਕੰਟਰੀ ਲਾਈਕ ਪਾਕਿਸਤਾਨ ਵਿਦ ਐਨ ਇਕੋਨਮੀ ਆਫ 341 ਬਿਲੀਅਨ ਡਾਲਰ, ਕਿੱਥੇ ਜੀ ਯੂਐਸ 37 ਆਪਣਾ 37 ਟ੍ਰਿਲੀਅਨ ਡਾਲਰ ਦਾ ਉਹਦਾ ਨੈਟ ਡੈਟ ਹੈ, ਔਰ ਮੈਂ ਇਸਦਾ ਮੈਂ ਉਹਦੀ ਵੱਡਾ ਮੋਰ ਦੈਨ 17 ਟ੍ਰਿਲੀਅਨ ਡਾਲਰ ਦੀ ਉਹਦੀ ਇਕੋਨਮੀ, ਠੀਕ ਹੈ। 17 ਟ੍ਰਿਲੀਅਨ ਪਾਕਿਸਤਾਨ ਦੀ ਇਕੋਨਮੀ ਜਿਹੜੀ ਹੈ ਜੀ ਉਹ ਸਿਰਫ 341 ਬਿਲੀਅਨ ਡਾਲਰ ਦੀ ਹੈ, ਲੇਕਿਨ ਡੈਟ 250 ਬਿਲੀਅਨ ਡਾਲਰ ਦਾ ਹੈ। ਤੇ ਇਹਦੇ ਨਾਲ ਤੁਸੀਂ ਕਿਸ ਤਰ੍ਹਾਂ ਡੀਲ ਕਰ ਸਕਦੇ ਹੋ? ਬਹੁਤ ਜ਼ਬਰਦਸਤ ਸੀ, ਮੈਂ ਦੇਖ ਰਿਹਾ ਸੀ। ਫਿਰ ਉਹਨੇ ਕਿਹਾ ਕਿ one need to understand the vicious circle of Pakistan's debt. ਪਾਕਿਸਤਾਨ ਦਾ ਡੈਟ vicious circle 'ਚ ਹੈ, ਔਰ ਉਹਦੀਆਂ ਲੀਥਲ ਇੰਪਲੀਕੇਸ਼ਨਸ 25 ਕਰੋੜ ਤੇ ਉਹਦੀ ਸੋਵਰੇਨਿਟੀ ਨੂੰ ਅਫੈਕਟ ਕਰਨ ਦੀ ਹੈ। IMF ਦੀ ਡਿਕਟੇਸ਼ਨ ਉਹਨਾਂ ਨੂੰ ਐਕਸੈਪਟ ਕਰਨੀ ਪੈਂਦੀ ਹੈ। ਉਹਨੇ ਕਿਹਾ this has happened in the case because for decades it has been on dole and dependent on seeking loans from creditors but doing nothing to ease it debt burden. Debt burden ਕੱਟ ਹੋਰ ਲਈਆਂ ਕਿਆ ਵਜ਼ੀਰਾਂ ਨੂੰ 10-10 ਕਾਰਾਂ ਦੇ ਦਿਓ, ਗ੍ਰੇਡ 22 ਦੇ ਅਫਸਰਾਂ ਨੂੰ 40-40 ਕਾਰਾਂ ਦੇ ਦਿਓ, ਬਿਊਰੋਕ੍ਰੇਸੀ ਤੇ ਪੈਸੇ ਲਾਓ, ਖਾਬੇ ਨਾਨ ਡਿਵੈਲਪਮੈਂਟ ਐਕਸਪੈਂਡੀਚਰ। ਉਹਨੇ ਕਿਹਾ ਵਾਈ ਕਾਂਟ ਚਾਈਨਾ, ਸਾਊਥ ਕੋਰੀਆ, ਸਿੰਗਾਪੁਰ ਔਰ UAE ਬੀ ਡਿਕਟੇਟਡ ਬਾਈ ਫੋਰਨ ਪਾਵਰ। ਉਹ ਲੋਨਸ ਲੈਂਦੇ ਨੇ ਚਾਈਨਾ, ਸਾਊਥ ਕੋਰੀਆ, ਸਿੰਗਾਪੁਰ, UAE ਬਿਕੋਜ਼ ਦੇਅਰ ਇਕੋਨਮੀ ਇਜ਼ ਨਾਟ ਮੌਰਟਗੇਜਡ। ਗਿਰਵੀ ਰੱਖੀ ਹੈ, ਤੁਹਾਡੀ ਇਕੋਨਮੀ ਗਿਰਵੀ ਰੱਖੀ ਹੈ ਐਜ਼ ਅ ਕੋਲੈਟਰਲ ਲੋਨ ਲਈ, ਫਿਰ ਉਹ ਤੁਹਾਡੇ ਤੋਂ ਆਪਣੀ ਮਰਜ਼ੀ ਕਰਾਉਂਦੇ ਆ। ਉਹਨੇ ਕਿਹਾ ਦੁਬਈ, ਸਾਊਦੀ ਅਰੇਬੀਆ, ਸਾਊਥ ਕੋਰੀਆ, ਚੀਨ ਇਹ ਨਹੀਂ ਕਰ ਸਕਦੇ। GDP ਰੇਸ਼ੋ ਤੁਹਾਡੀ 70% ਤੇ ਹੈ, debt to GDP ratio is more than 70%. ਅੰਦਾਜ਼ਾ ਲਾਓ, how can Pakistan ensure its sovereignty and pursue an independent foreign policy? ਅੱਛਾ, ਫਿਰ ਪਾਕਿਸਤਾਨ ਨੂੰ ਅਪਰੋਚ ਹੋਣੇ ਕਿਹਾ ਚੀਨ, ਸਾਊਦੀ ਅਰਬ ਬਿਲੀਅਨਸ ਆਫ ਡਾਲਰ ਦੇ ਲੋਨ ਨੇ ਜਿਹੜੇ ਇਹ ਰਿਵੋਲਵ ਕਰਵਾਉਂਦੇ ਨੇ। ਫਿਰ ਉਹ ਤੋਂ ਬਾਅਦ ਤੋਂ ਉਹਨੇ ਕਿਹਾ the examples of China and India of self reliance need to be taken seriously. ਚੀਨ ਔਰ ਇੰਡੀਆ ਦੀ ਸੈਲਫ ਰਿਲਾਇੰਸ, ਇੰਡੀਆ ਨੂੰ ਇੱਥੋਂ ਤੁਸੀਂ ਕ੍ਰੈਡਿਟ ਦਿਓ, ਸਿਰਫ ਮਦਰ ਚੋਦ ਸੂਰ ਫੌਜ ਨੂੰ ਨਹੀਂ ਪਲਣ ਦਿੱਤਾ, ਰੂਲਿੰਗ ਐਲੀਟ ਨੂੰ ਉੱਤੇ ਨਹੀਂ, ਕੈਪੀਟਲਿਸਟ ਜ਼ਰੂਰ ਉੱਥੇ ਪਲੇ, ਠੀਕ ਹੈ ਜੀ। ਉਹਨੇ ਕਿਹਾ ਜੀ ਚਾਈਨਾਸ ਐਕਸਪੋਰਟ ਜਿਹੜੀਆਂ 3.4 ਟ੍ਰਿਲੀਅਨ ਦੀਆਂ, ਇੰਡੀਅਨ ਦੀਆਂ ਐਕਸਪੋਰਟ 455 ਬਿਲੀਅਨ ਡਾਲਰ ਦੀਆਂ। ਲਾਈਕਵਾਈਜ਼ ਚਾਈਨਾ ਦੀ ਫੋਰਨ ਐਕਸਚੇਂਜ ਰਿਜ਼ਰਵ 3 ਟ੍ਰਿਲੀਅਨ ਡਾਲਰ ਦੇ, ਠੀਕ, ਇੰਡੀਆ ਦੇ 702 ਬਿਲੀਅਨ ਡਾਲਰ ਦੇ। ਅੱਛਾ, ਐਜ਼ ਕੰਪੇਅਰ ਟੂ ਚਾਈਨਾ ਐਂਡ ਇੰਡੀਆ, ਪਾਕਿਸਤਾਨ ਦੀਆਂ ਐਕਸਪੋਰਟ ਸਿਰਫ 30 ਬਿਲੀਅਨ ਡਾਲਰ ਦੀਆਂ। ਇਹ ਵੀ ਬਕਵਾਸ ਕਰਦੇ ਆ, ਇਮਰਾਨ ਖਾਨ ਲੱਗਿਆ ਸੀ, ਹੁਣ ਤੇ ਬਹੁਤ ਥੱਲੇ ਆ ਗਏ ਹੈ। And its foreign exchange reserves are less than 15 billion dollar, whereas 5 decades ago Pakistan's economy was better than। ਔਰ ਉਹਨੇ ਕਿਹਾ 5 ਦਹਾਈਆਂ ਪਹਿਲੇ ਹੀ ਪਾਕਿਸਤਾਨ ਦੀ ਇਕੋਨਮੀ ਚੀਨ ਔਰ ਹਿੰਦੁਸਤਾਨ ਤੋਂ ਬਿਹਤਰ ਹੁੰਦੀ ਸੀ। 1970 ਦਾ ਉਹਨੇ ਤਜ਼ਕਰਾ ਕੀਤਾ ਹੈ ਕਿ ਸਿੰਸ ਦਾ ਲੇਟ 70s ਇਹ ਡਾਊਨਵਰਡ ਟ੍ਰੈਂਡ ਆਇਆ। 60s 'ਚ ਸਾਡੀ ਇਕੋਨਮੀ ਸਾਊਥ ਕੋਰੀਆ, ਜਾਪਾਨ, ਜਰਮਨੀ ਨੂੰ ਅਸੀਂ ਲੋਨ ਦਿੱਤਾ ਸੀ, ਇਹਨਾਂ ਸਭ ਤੋਂ ਬਹੁਤ ਅੱਛੀ ਸੀ, ਠੀਕ ਹੈ ਨਾ ਜੀ। ਕਿਉਂ ਨਹੀਂ? Till the early 70s, Pakistan economy was a role model for many countries of the world, or role model ਹੁੰਦੀ ਸੀ, not anymore। ਉਹਨੇ ਕਿਹਾ ਅਗਰ ਇਹ ਟ੍ਰੈਂਡ ਕੰਟੀਨਿਊ ਰਹਿੰਦਾ ਹੈ ਸਾਡਾ ਫੋਰਨ ਲੋਨਸ ਤੇ, the result will be further sinking of Pakistan's economy। ਡੈਟ ਟ੍ਰੈਪ ਜਿਹੜਾ ਹੈ ਇਹ ਫਰਦਰ ਵੱਧਦਾ ਰਹੇਗਾ, ਉਹਨੇ ਕਿਹਾ, ਠੀਕ ਹੈ ਜੀ। ਤੇ ਇਸ ਹਿਸਾਬ ਦੇ ਨਾਲ ਯੂ ਸੀ ਇਟ ਵਾਜ਼ ਰੀਅਲੀ a very good article. There are various countries with an enormous get out of the huge by augmenting their exports. ठीक है जी। अच्छा, one analyze the vicious circle, the examples of China ਦੇ ਮੈਂ ਤੁਹਾਨੂੰ ਦੱਸੇ ਨੇ। ਔਰ ਮੈਂ ਇਹਦੇ ਤੇ ਇੱਕ ਚੀਜ਼ ਹੋਰ ਵੀ ਦੇਖ ਰਿਹਾ ਸੀ, ਲੈਟ ਮੀ ਸੀ। According to reports, Pakistan ਦਾ total debt ਜਿਹੜਾ ਆ ਉਹ now stood at 250 billion dollar।
250 ਬਿਲੀਅਨ ਦੇ, ਵਿਚ ਇਜ਼ ਅਰਾਊਂਡ 78% ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ। ਪਾਕਿਸਤਾਨ ਨੀਡਸ ਟੂ ਪੇ $26 ਬਿਲੀਅਨ ਦਸੰਬਰ ਤੋਂ ਪਹਿਲਾਂ, ਮੇਰਾ ਖਿਆਲ ਸੀ $23 ਬਿਲੀਅਨ ਫੋਰਨ ਕ੍ਰੈਡੀਟਰਸ ਨੂੰ, ਚੀਨ, ਸਾਊਦੀ ਅਰਬ, UAE, IMF, ਵਰਲਡ ਬੈਂਕ, ਏਸ਼ੀਅਨ ਡਿਵੈਲਪਮੈਂਟ ਬੈਂਕ ਐਂਡ ਅਦਰ ਲੈਂਡ। Total foreign exchange reserves of Pakistan with the state bank 14.9 है, वही क्या है। According to Topline Securities, Pakistan will need to arrange net financing $10 billion ਦੀ ਹੋਰ ਲਏਗਾ ਇਹ 23-26 ਬਿਲੀਅਨ ਡਾਲਰ ਦੇਣ ਲਈ, comprising 6 ਬਿਲੀਅਨ ਪ੍ਰਿੰਸੀਪਲ ਤੇ 4 ਬਿਲੀਅਨ ਇੰਟਰਸਟ। ਇਹਦਾ ਫਿਰ ਇਹ ਡੈਟ ਟ੍ਰੈਪ ਜਿਹੜਾ ਆ, ਉਹਨੇ ਕਿਹਾ ਵਿਸ਼ਸ ਸਰਕਲ ਚੱਲਦਾ ਰਹਿੰਦਾ। ਫਿਰ ਉਹ ਤੋਂ ਬਾਅਦ ਤੋਂ ਜਨਾਬ ਸਾਹਿਬ ਉਹਨੇ ਇੱਕ ਹੋਰ ਵੀ ਉਹਦੇ ਤੇ ਉਹਨੇ ਗੱਲ ਕੀਤੀ ਸੀ ਕਿ ਇਹ ਜ਼ਿਆਦਾ ਪੋਲੀਟੀਕਲ ਲੀਡਰਸ ਦੇ, ਮੁਸ਼ਰਫ ਤੋਂ ਬਾਅਦ ਉਹਨੇ ਕਿਹਾ 2007 ਤੋਂ ਬਾਅਦ, ਉਹ ਮੈਂ ਵੀ ਸਲਾਈਡ ਦੇਖ ਰਿਹਾ ਸੀ, ਉਹਦੇ 'ਚ ਉਹਦਾ ਇਹ ਸੀ ਕਿ ਮੁਸ਼ਰਫ ਦੇ ਵਕਤ ਤੋਂ ਬਾਅਦ ਤੋਂ ਗਾਂਡੇ ਨੇ 2013 ਤੋਂ ਸਪੈਸ਼ਲੀ, ਹੈ ਜੀ 2013 ਤੋਂ ਇਹ ਜ਼ਿਆਦਾ ਵਧਣਾ ਸ਼ੁਰੂ ਹੋਇਆ ਹੈ ਜੀ। ਤੇ ਇਹ ਸੂਰਤ ਹਾਲ ਹੈ ਜੀ ਤੁਹਾਡੇ ਡੈਟ ਟ੍ਰੈਪ ਦੀ। ਇਟਸ ਰੀਅਲੀ ਟੈਰੀਬਲ, ਯੂ ਆਰ ਇਨ ਅ ਟੈਰੀਬਲ ਡੈਟ ਟ੍ਰੈਪ। ਮੈਂ ਕਹਿੰਦਾ ਕਿ ਕਿੱਥੇ ਪਾਕਿਸਤਾਨ ਜਿਹੜਾ ਆ ਉਹ ਮਤਲਬ ਫਸ ਗਿਆ ਆ ਇਹਨਾਂ ਜਰਨੈਲਾਂ ਹਰਾਮਜ਼ਾਦੇ ਵਿਸ਼ਸ ਸਰਕਲ 'ਚ ਡੈਟ ਤੇ ਕਿਸ ਤਰ੍ਹਾਂ ਫਸ ਗਏ, ਠੀਕ ਹੈ ਜੀ। ਔਰ ਕਿਸ ਤਰ੍ਹਾਂ ਮਤਲਬ leads to indifference on the part of the state authorities who accept this menace with no plausible efforts to get rid of a thing. Where there is news that UAE, Saudi Arabia, China or the IMF has granted a loan to Pakistan, it is termed as an achievement. ਉਹ ਲਿਖ ਰਿਹਾ ਇਹਨੂੰ ਲੋਨ ਨੂੰ ਅਚੀਵਮੈਂਟ ਸਮਝਿਆ ਜਾਂਦਾ। ਵੈਸੇ ਵਾਕਈ ਇਹ ਤੇ ਬਹੁਤ ਜ਼ਿਆਦਾ ਹਰਾਮਜ਼ਦਗੀ ਹੈ, ਠੀਕ ਹੈ ਨਾ ਜੀ। ਅੱਛਾ, ਫਿਰ ਉਹ ਤੋਂ ਬਾਅਦ ਤੋਂ ਉਹ ਮਜ਼ੀਦ ਕਹਿੰਦਾ ਆ ਜੀ the implications of the debt trap are enormous. Pakistan is facing loss of its sovereignty. ਅੰਦਾਜ਼ਾ ਲਾਓ ਨਾ, ਆਪਣੀ ਪਾਕਿਸਤਾਨ sovereignty lose ਕਰਨ ਦੀ ਹੈ ਇਹਦੇ ਤੋਂ, which is too much. ਐਂਡ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਨੂੰ ਸਮਝ ਨਹੀਂ ਆ ਰਹੀ, ਠੀਕ ਹੈ ਨਾ ਜੀ। ਇਹ ਸਮਝਦੇ ਨੇ ਕਿ ਅਸੀਂ ਇੰਦਾ ਹੀ ਚੱਲਦੇ ਰਹਾਂਗੇ ਜੀ। ਅਕੋਰਡਿੰਗ ਟੂ ਟੋਪ, ਪਾਕਿਸਤਾਨ ਵਿਲ ਨੀਡ ਟੂ ਅਰੇਂਜ ਫਾਈਨੈਂਸਿੰਗ। ਦੈਟਸ ਟੈਰੀਬਲ ਰੀਅਲੀ। ਐਂਡ ਆਈ ਰੀਅਲੀ ਮੈਂ ਹੈਰਾਨ ਹੁੰਦਾ ਕਿ ਕਿਸ ਤਰ੍ਹਾਂ ਚਲਾਉਣਗੇ ਇਹ ਤੇ ਗਾਂਡੇ ਦੇ। ਹਾਂ, if one at a glance reviews Pakistan ਦੀ debt history, ਇਹ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਸੀ। It is clear that the mushrooming took place 1988 ਤੋਂ ਬਾਅਦ, ਠੀਕ ਹੈ ਜੀ, ਜਦੋਂ ਜ਼ਿਆ ਨੇ ਛੱਡਿਆ। ਉਹ ਕਿਉਂਕਿ ਫੌਜ ਨੂੰ ਪੈਸਾ ਮਿਲਦਾ ਸੀ ਨਾ, ਤੇ ਡੈਟ ਨਹੀਂ ਇੰਨਾ ਲੈਣਾ ਪੈਂਦਾ ਸੀ, ਰਿਜ਼ਰਵਸ ਠੀਕ ਸੀ, ਮੁਸ਼ਰਫ ਨੂੰ ਵੀ ਪੈਸਾ ਮਿਲਦਾ ਸੀ, ਸਿਆਸਤਦਾਨਾਂ ਨੂੰ ਮਿਲਦਾ ਨਹੀਂ ਸੀ, ਉਹਨਾਂ ਨੇ ਡੈਟ ਟ੍ਰੈਪਸ ਫਸਾਇਆ। ਅੱਛਾ, ਫੋਰ ਇੰਸਟੈਂਸ 2008 ਚੋਂ ਕਹਿੰਦਾ PPP ਦੀ ਰਜੀਮ ਜਦੋਂ ਆਈ ਪਾਵਰ, ਪਾਕਿਸਤਾਨ ਡੈਟ ਸੀ ਸਿਰਫ $6,435 ਬਿਲੀਅਨ, which increased by 135% in 2013, 15,000 ਬਿਲੀਅਨ ਤੇ ਚਲਾ ਗਿਆ, ਠੀਕ ਹੈ ਜੀ। ਇਹ ਉਹ ਜ਼ਰਦਾਰੀ ਦੀ हुकूमत, इधर से भी पैसे लो, उधर से भी पैसे लो, और पिछो फौज ने कहा जी सानू पैसे भेज दे रहो, ठीक है जी। फिर उन्हें कहा कि फ्रॉम 2013 to 2018 ड्यूरिंग PMLN गवर्नमेंट, गांधी दी गवर्नमेंट, पाकिस्तान's external debt increased $52 billion to $75 billion। अंदाजा लाओ, 52 तो 75 बिलियन डॉलर, एन इंक्रीज ऑफ 144%। ਜ਼ਰਦਾਰੀ ਦੇ 5 ਸਾਲਾ ਦੌਰ 'ਚ 135%, ਫਿਰ 144%, ਤੇ ਫਿਰ ਇਮਰਾਨ ਖਾਨ ਦੇ 3 ਇਅਰਸ ਦਾ ਜਿਹੜਾ ਹੈ ਐਕਸਟਰਨਲ ਡੈਟ 75 ਬਿਲੀਅਨ ਤੋਂ ਚਲਾ ਗਿਆ 110 ਬਿਲੀਅਨ ਤੇ। ਚਲੋ ਉਹ ਵੀ ਜ਼ਿਆਦਾ ਨਹੀਂ ਸੀ, 75 ਬਿਲੀਅਨ ਇਨਕਰੀਜ਼ ਆਫ 35 ਬਿਲੀਅਨ ਡਾਲਰ, ਠੀਕ ਹੈ ਨਾ ਜੀ। 35 ਬਿਲੀਅਨ ਡਾਲਰ ਦਾ ਹੋਇਆ ਪਰਸੈਂਟੇਜ। ਤੇ ਅੱਛਾ, ਫਿਰ ਉਹਨੇ ਕਿਹਾ ਅਕੋਰਡਿੰਗ ਟੂ ਰਿਪੋਰਟ ਦੈਟ ਇੰਟਰਨੈਸ਼ਨਲ ਮੋਨੀਟਰੀ ਫੰਡ, ਪਾਕਿਸਤਾਨ ਓਜ਼ ਚਾਈਨਾ 30% ਚਾਈਨਾ ਦਾ ਡੈਟ ਹੈ।
ਉਹ ਸੀ ਪੈਕ ਵਗੈਰਾ ਦਾ ਕਿਸੇ ਵਕਤ ਤੋਂ ਕਬਜ਼ਾ ਕਰ ਲੈਣਗੇ ਜਿਹੜੇ ਬਕਵਾਸਾਂ ਕਰਦੇ ਨੇ। ਠੀਕ ਹੈ ਜੀ। ਟੋਟਲ ਪਾਕਿਸਤਾਨ ਡੈਟ ਐਂਡ ਲਾਇਬਿਲਿਟੀਜ਼ ਆਫ ਪਾਕਿਸਤਾਨ ਆਰ ਐਸਟੀਮੇਟਡ ਟੂ ਬੀ ਅਬਾਊਟ 62.8 ਟ੍ਰਿਲੀਅਨ ਰੁਪਏ। ਠੀਕ ਹੈ ਜੀ। US ਡਾਲਰ 223 ਜਾਂ 250 ਤੇ ਚਲਾ ਗਿਆ। ਇਹ ਹਿਸਾਬ ਕਿਤਾਬ ਹੈ ਜੀ। ਤੁਸੀਂ ਦੇਖ ਲਓ ਗਾਂਡੇ ਸ਼ਾਂਡੇ ਇਹਨਾਂ ਨੇ ਕਿੱਥੇ ਪਾਕਿਸਤਾਨ ਨੂੰ। हम भीख नहीं मांगेंगे, कशकोल तोड़ो, 98-99 बड़ा गांडा लगा रहता सी। पैसे दो और ये भी बहुत सारे पाकिस्तानी ओवरसीज पूरा डेट उतार सकते हैं। बहुत सारिया स्कीमां दे नाल पूरा डेट उतर सकता। Nobody wants to crack the course। एक रूलिंग एलीट यूसुफ खोखर टाइप ਜਿਹੜੀ ਚੋ ਰਹੀ ਹੈ ਪਾਕਿस्तान ਨੂੰ, सिविल मिलिट्री ब्यूरोक्रेसी, मनीरा मिस्त्री सूअर और सरदार रियाज सादिक वर्गे सियासतदान। यू नीड अ रिवोल्ट। आपको इनकलाब की बेटा जरूरत है। आप तबाह बर्बाद हो चुके हैं बिल्कुल। और ये ठीक है आपने थोड़ा सा भड़ास निकाली है, आज सिर्फ आपने भड़ास निकाली है। कल तक के लिए इजाजत। अल्लाह।